Hello everyone, welcome or welcome back to my channel. Today my topic is distinction of state from government, society and association। यानी कि ਰਾਜ ਜਿਹੜਾ ਹੈ ਉਹ ਸਰਕਾਰ, ਸਮਾਜ ਅਤੇ ਸਭਾ ਯਾਨੀ ਕਿ ਸੰਸਥਾ ਤੋਂ ਕਿਵੇਂ ਅਲੱਗ ਹੈ, ਕੀ ਇਹਨਾਂ ਦੇ ਵਿੱਚ ਭਿੰਨਤਾ ਹੈ। BA ਸਮੈਸਟਰ 1 ਪੋਲੀਟੀਕਲ ਸਾਇੰਸ ਦਾ ਇਹ ਟੌਪਿਕ ਹੈ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ, ਬਿਨਾਂ ਸਕਿਪ ਕਰੇ ਦੇਖਿਓ ਅਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਮੀਤ ਸਟੱਡੀ ਹਬ ਨਾਮ ਦਾ ਮੇਰਾ ਚੈਨਲ ਹੈ। ਸੋ ਕਾफ़ी ਸਾਰੇ ਵੀਡੀਓਜ਼ ਅਪਡੇਟਸ ਲਿੰਕਸ ਮੈਂ ਉੱਥੇ ਪਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸੋ ਸਟੇਟ ਤੋਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ। ਅਗਰ ਕੋਈ ਵੀ ਤੁਸੀਂ ਡਿਫਰੈਂਸ ਕਰਨਾ ਹੈਗਾ ਸਟੇਟ ਦਾ ਕਿਸੇ ਵੀ ਚੀਜ਼ ਦੇ ਨਾਲ, ਤਾਂ ਤੁਸੀਂ ਸਭ ਤੋਂ ਪਹਿਲਾਂ ਸਟੇਟ ਦਾ ਮੀਨਿੰਗ ਵੀ ਲਿਖਣਾ ਹੈ ਨਾ। ਜਿਵੇਂ ਆਪਾਂ ਪੋਲੀਟੀਕਲ ਅਤੇ ਪੋਲੀਟੀਕਲ ਥਿਊਰੀ ਦਾ ਕੀਤਾ ਅਤੇ ਪੋਲੀਟੀਕਲ ਸਾਇੰਸ ਦਾ ਬਾਕੀ ਸਬਜੈਕਟਸ ਦੇ ਨਾਲ ਵੀ ਆਪਾਂ ਰਿਲੇਸ਼ਨ ਦੱਸਿਆ ਸੀਗਾ ਅਤੇ ਡਿਫਰੈਂਸ ਦੱਸਿਆ ਸੀ। ਉਹਦੇ ਵਿੱਚ ਆਪਾਂ ਨੇ ਪੋਲੀਟੀਕਲ ਸਾਇੰਸ ਨੂੰ ਹਰੇਕ ਸਬਜੈਕਟ ਦੇ ਨਾਲ ਜਿਹੜਾ ਸੀਗਾ ਇਲੈਬੋਰੇਟ ਕਰਕੇ ਚੱਲੇ ਹਾਂ ਕਿ ਪਹਿਲਾਂ ਜਿਵੇਂ ਪੋਲੀਟੀਕਲ ਸਾਇੰਸ, ਫਿਰ ਸੋਸ਼ੋਲੋਜੀ, ਪੋਲੀਟੀਕਲ ਸਾਇੰਸ, ਫਿਰ ਜਿਹੜਾ ਸੀਗਾ ਇਕਨੋਮਿਕਸ। ਸੋ ਇੱਦਾਂ ਜਿਹੜਾ ਆਪਾਂ ਚੱਲੇ ਹਾਂ। ਇੱਦਾਂ ਹੀ ਤੁਸੀਂ ਸਟੇਟ ਔਰ ਜਦੋਂ ਤੁਸੀਂ ਸਟੇਟ ਅਤੇ ਗਵਰਨਮੈਂਟ ਦਾ ਕਰੋਗੇ ਤਦ ਵੀ ਤੁਸੀਂ ਸਟੇਟ ਦਾ ਮੀਨਿੰਗ ਲਿਖਣਾ। ਅਗਰ ਸਟੇਟ ਸੁਸਾਇਟੀ ਦਾ ਕਰੋਗੇ ਤਦ ਵੀ ਸਟੇਟ ਦਾ ਮੀਨਿੰਗ ਲਿਖਣਾ। ਅਗਰ ਸਟੇਟ ਐਸੋਸੀਏਸ਼ਨ ਕਰ ਰਹੇ ਹੋ ਤਦ ਵੀ। ਅਗਰ ਦੋ ਵੀ ਕੁਐਸਚਨ ਪੁੱਛੇ ਜਾਂਦੇ ਨੇ ਦੋਨੋਂ ਚੀਜ਼ਾਂ ਵੀ, ਮਤਲਬ ਕਿ ਸਟੇਟ ਗਵਰਨਮੈਂਟ ਤੋਂ ਕਿਵੇਂ ਅਲੱਗ ਹੈ ਅਤੇ ਸਟੇਟ ਸੁਸਾਇਟੀ ਤੋਂ ਕਿਵੇਂ ਅਲੱਗ ਹੈ, ਤਦ ਵੀ ਤੁਸੀਂ ਜਿਹੜਾ ਹੈਗਾ ਸਟੇਟ ਦਾ ਮੀਨਿੰਗ ਜ਼ਰੂਰ ਲਿਖਣਾ ਹੈ। ਸੋ ਸਟੇਟ ਦਾ ਅਰਥ ਕੀ ਹੈਗਾ? ਰਾਜ। ਰਾਜ ਸ਼ਬਦ ਜਿਹੜਾ ਹੈਗਾ ਰਾਜਨੀਤਿਕ ਵਿਵਸਥਾ ਨਾਲ ਸੰਬੰਧਿਤ ਹੈ। ਮਨੁੱਖ ਸਮਾਜ ਵਿੱਚ ਰਹਿੰਦਾ ਹੈ, ਸਮਾਜ ਤੋਂ ਬਿਨਾਂ ਉਹ ਨਹੀਂ ਰਹਿ ਸਕਦਾ। ਉਹ ਸਮਾਜ 'ਚ ਰਹਿ ਕੇ ਕਾਨੂੰਨਾਂ ਦਾ ਪਾਲਣ ਕਰਦਾ ਹੈ, ਨਾਗਰਿਕ ਕਰਤੱਵ ਨਿਭਾਉਂਦਾ ਹੈਗਾ। ਇਹ ਕਰਤੱਵ ਵੀ ਉਸਨੂੰ ਰਾਜ ਹੀ ਪ੍ਰਦਾਨ ਕਰਦਾ ਹੈ ਨਾ। ਸੋ ਰਾਜ ਇਹ ਚੀਜ਼ ਹੈ ਕਿ ਮਨੁੱਖ ਨੂੰ ਕੀ ਕਰਦਾ ਹੈਗਾ? ਪਾਲਣ ਕਰਨਾ ਸਿਖਾਉਂਦਾ ਹੈ ਕਾਨੂੰਨਾਂ ਦਾ। ਇਹ ਕਰਤੱਵ ਉਸਨੂੰ ਰਾਜ ਪ੍ਰਦਾਨ ਕਰਦਾ ਅਤੇ ਚੰਗਾ ਜੀਵਨ ਵੀ ਦਿੰਦਾ ਹੈਗਾ, ਕਿਉਂਕਿ ਰਾਜ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹਦੇ ਸਿਟੀਜ਼ਨ ਜਿਹੜੇ ਹੈਗੇ ਨੇ, ਉਹਦੇ ਨਾਗਰਿਕ ਜਿਹੜੇ ਹੈਗੇ ਨੇ, ਉਹ ਅੱਛੀ ਉਹਨਾਂ ਨੂੰ ਲਾਈਫ ਮਿਲੇ, ਅੱਛੀਆਂ ਹੈਲਥ ਫੈਸਿਲਿਟੀਜ਼ ਮਿਲਣ, ਹੈ ਨਾ, ਐਜੂਕੇਸ਼ਨ ਮਿਲੇ। ਤਾਂ ਜਿਹੜਾ ਰਾਜ ਸ਼ਬਦ ਹੈਗਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸਟੇਟ ਦਾ ਪੰਜਾਬੀ ਅਨੁਵਾਦ ਹੈ, ਕਿਉਂਕਿ ਆਪਾਂ ਰਾਜ ਨੂੰ ਕੀ ਕਹਿੰਦੇ ਹਾਂ? ਸਟੇਟ। ਤਾਂ ਸਟੇਟ ਸ਼ਬਦ ਜਿਹੜਾ ਲਾਤੀਨੀ ਭਾਸ਼ਾ ਦਾ ਸ਼ਬਦ ਸਟੇਟਸ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਰੁਤਬਾ, ਦਰਜਾ, ਦੂਜਿਆਂ ਦੇ ਮੁਕਾਬਲੇ ਉੱਚਾ ਪੱਧਰ ਜਾਂ ਉੱਚੇ ਦਰਜੇ ਦਾ ਹੋਣਾ। ਇਸ ਤਰ੍ਹਾਂ ਰਾਜ ਦਾ ਅਰਥ ਹੈ ਉਹ ਸੰਗਠਨ ਜੋ ਦੂਜਿਆਂ ਤੋਂ ਉੱਚੇ ਪੱਧਰ ਦਾ ਹੈ, ਉੱਚ ਪੱਧਰ ਦਾ ਹੈ। ਇੰਨਾ ਕੁ ਲਿਖ ਕੇ ਆਪਾਂ ਸਟੇਟ ਨੂੰ ਉਸ ਤੋਂ ਬਾਅਦ 'ਚ ਕੀ ਲਿਖਾਂਗੇ? ਸੁਸਾਇਟੀ। ਸੁਸਾਇਟੀ ਦਾ ਪੰਜਾਬੀ 'ਚ ਅਰਥ ਹੈ ਸਮਾਜ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਸਮਾਜ ਤੋਂ ਬਿਨਾਂ ਅਲੱਗ ਨਹੀਂ ਰਹਿ ਸਕਦਾ। ਆਪਣੀਆਂ ਲੋੜਾਂ ਇਹ ਸਮਾਜ 'ਚ ਰਹਿ ਕੇ ਪੂਰੀਆਂ ਕਰਦਾ ਹੈ। ਸਮਾਜ ਲੋਕਾਂ ਦਾ ਸਮੂਹ ਹੈ ਜੋ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਲਈ ਮਿਲ ਕੇ ਯਤਨ ਕਰਦੇ ਨੇ। ਤਾਂ ਸਮਾਜ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸੁਸਾਇਟੀ ਤੋਂ ਲਿਆ ਗਿਆ, ਕਿਉਂਕਿ ਸੁਸਾਇਟੀ ਦਾ ਅਰਥ ਕੀ ਹੈ? ਸਮਾਜ। ਇਹ ਲਾਤੀਨੀ ਭਾਸ਼ਾ ਦੇ ਸ਼ਬਦ ਸੋਸਾਇਟਿਸ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਾਥੀ, ਮਿਲ ਜੁਲ ਕੇ ਰਹਿਣਾ, ਹੈ ਨਾ। ਸੋ ਸਮਾਜ ਵਿੱਚ ਆਪਾਂ ਕਹਿ ਸਕਦੇ ਕਿ ਸਮਾਜ ਦਾ ਅਰਥ ਕੀ ਹੈਗਾ? ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਅਤੇ ਕੰਮ ਕਰਨਾ, ਉਸਨੂੰ ਹੀ ਅਸੀਂ ਸਮਾਜ ਕਹਿੰਦੇ ਹਾਂ। ਹੁਣ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਰਾਜ ਅਤੇ ਸਮਾਜ ਦੇ ਵਿੱਚ ਅੰਤਰ। ਸਮਾਜ ਤਾਂ ਦੇਖੋ, ਜਿੱਥੇ ਵੀ ਤੁਸੀਂ ਦੇਖੋਗੇ ਸਮਾਜ ਹੀ ਸਮਾਜ ਹੈ। ਸੁਸਾਇਟੀ, ਸਮਾਜ ਯਾਨੀ ਕਿ ਸੁਸਾਇਟੀ, ਸਭ ਤੋਂ ਪਹਿਲਾਂ ਸੁਸਾਇਟੀ ਹੀ ਹੋਂਦ ਚਾਹੀਏ। ਰਾਜ ਤਾਂ ਬਾਅਦ 'ਚ ਆਇਆ, ਜਦੋਂ ਸਾਨੇ ਸਿੱਖ ਲਿਆ ਕਿ ਅਸੀਂ ਇੱਥੇ ਬੈਠਣਾ ਹੈ, ਆਪਣੀਆਂ ਨੀਤੀਆਂ ਚਲਾਉਣੀਆਂ ਨੇ, ਕਾਨੂੰਨ ਚਲਾਉਣੇ ਨੇ, ਤਦ ਰਾਜ ਆਇਆ। ਲੇਕਿਨ ਸਮਾਜ ਕੀ ਸੀ? ਬਹੁਤ ਪਹਿਲਾਂ। ਸਮਾਜ ਦਾ ਜਨਮ ਉਦੋਂ ਤੋਂ ਹੈ ਜਦੋਂ ਤੋਂ ਮਨੁੱਖ ਹੈ। ਮਨੁੱਖ ਇਸ ਧਰਤੀ 'ਤੇ ਬਹੁਤ ਸਾਲਾਂ ਤੋਂ ਹੈ। ਸਭ ਤੋਂ ਪਹਿਲਾਂ ਕਹਿੰਦੇ ਨੇ ਮਨੁੱਖ ਹੀ ਆਏ ਹੈ। ਜਦੋਂ ਰਾਜ ਹੋਂਦ ਵਿੱਚ ਨਹੀਂ ਸੀ ਆਇਆ ਤਦ ਤੋਂ ਹੀ ਸਮਾਜ ਹੈ। ਮਨੁੱਖੀ ਜੀਵਨ ਦੀ ਸ਼ੁਰੂਆਤ ਸਮਾਜ ਦੀ ਸ਼ੁਰੂਆਤ ਤੋਂ ਪਹਿਲਾਂ ਹੋਈ ਹੈ, ਠੀਕ ਹੈ। ਤਾਂ ਕਹਿ ਸਕਦੇ ਹਾਂ ਕਿ ਆਪਾਂ ਮਨੁੱਖੀ ਜੀਵਨ ਦੀ ਸ਼ੁਰੂਆਤ, ਸਮਾਜ ਦੀ ਸ਼ੁਰੂਆਤ ਕੀ ਹੋਈ ਹੈ? ਪਹਿਲਾਂ ਮਨੁੱਖ ਨੇ ਹੀ ਸਮਾਜ ਵਿੱਚ ਰਹਿਣ ਲਈ ਰਾਜ ਦੀ ਸਥਾਪਨਾ ਕੀਤੀ। ਸਮਾਜ ਵਿੱਚ ਸੁਰੱਖਿਆ ਅਤੇ ਸ਼ਾਂਤੀ ਬਣੀ ਰਹੇ ਤਾਂ ਹੀ ਜਿਹੜਾ ਹੈ ਰਾਜ ਦੀ ਸਥਾਪਨਾ ਕੀਤੀ ਗਈ ਸੀ। ਸਮਾਜ ਨੇ ਸਰਕਾਰ ਦਾ ਸੰਗਠਨ ਕੀਤਾ, ਕੁਝ ਨਿਯਮ ਬਣਾਏ ਅਤੇ ਕੁਝ ਨਿਯਮ ਬਣਾ ਕੇ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਕੀਆਂ ਨੂੰ ਵੀ ਕਿਹਾ, ਮਤਲਬ ਸਾਰੇ ਸਮਾਜ ਦੇ ਵਿੱਚ ਹੀ ਜਿਹੜਾ ਹੈਗਾ ਰਾਜ ਦੇ ਕਾਨੂੰਨਾਂ ਦਾ ਪਾਲਣ ਕਰਨਾ ਸਿਖਾਇਆ ਇਹਨਾਂ ਨੇ। ਬੇਸ਼ੱਕ ਸਮਾਜ ਦਾ ਜਨਮ ਪਹਿਲਾਂ ਹੋਇਆ ਪਰ ਰਾਜ ਦਾ ਮਹੱਤਵ ਪਹਿਲਾਂ ਹੁੰਦਾ। ਦੇਖੋ, ਹੋ ਸਕਦਾ ਹੈਗਾ ਕਹਿੰਦੇ ਨੇ ਕਿ ਹਾਂ ਸਮਾਜ ਪਹਿਲਾਂ ਆਇਆ। ਓਬਵੀਅਸ ਗੱਲ ਹੈਗੀ ਹੈ ਕਿ ਪਹਿਲਾਂ ਆਇਆ ਹੈਗਾ, ਕਿਉਂਕਿ ਮਨੁੱਖਾਂ ਨੇ ਹੀ ਸਮਾਜ ਬਣਾਇਆ ਔਰ ਮਨੁੱਖ ਹੀ ਰਾਜ ਨੂੰ ਬਣਾਇਆ। ਲੇਕਿਨ ਜਿਹੜਾ ਹੈ ਸਮਾਜ ਪਹਿਲਾਂ ਧਰਤੀ ਦੇ ਉੱਤੇ, ਹੈ ਨਾ। ਸੋ ਲੇਕਿਨ ਅਗਰ ਆਪਾਂ ਦੇਖੀਏ ਤਾਂ ਰਾਜ ਤੋਂ ਬਿਨਾਂ ਜਿਹੜਾ ਹੈਗਾ ਮਨੁੱਖ ਦਾ ਕੋਈ ਮਹੱਤਵ ਨਹੀਂ, ਸਮਾਜ ਦਾ ਕੋਈ ਮਹੱਤਵ ਨਹੀਂ। ਸਮਾਜ ਤੋਂ ਪਹਿਲਾਂ ਰਾਜ ਆਉਂਦਾ, ਠੀਕ ਹੈ। ਸਮਾਜ ਦਾ ਖੇਤਰ ਵਿਸ਼ਾਲ ਹੈ। ਹੁਣ ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਕਿ ਜਿਹੜਾ ਸਮਾਜ ਹੈ ਉਹ ਇੱਦਾਂ ਹੈ ਅਤੇ ਸਮਾਜ ਦੇ ਇੱਕ ਪਾਰਟ ਕੀ ਹੈਗਾ? ਰਾਜ।
ਸੋ ਸਮਾਜ ਦਾ ਖੇਤਰ ਬਹੁਤ ਵਿਸ਼ਾਲ ਹੈ। ਜਿੱਥੇ ਨਜ਼ਰ ਮਾਰੋਗੇ ਸਮਾਜ ਹੀ ਸਮਾਜ ਹੈ, ਪਰ ਰਾਜ ਦਾ ਕਾਰਜ ਖੇਤਰ ਵੀ ਸੀਮਤ ਹੈ, ਰਾਜ ਵੀ ਸੀਮਤ ਹੈ, ਕਿਉਂਕਿ ਇਹਦੀਆਂ ਬਾਉਂਡਰੀਜ਼ ਹੈ। ਸਮਾਜ ਅਸੀਮਤ ਹੈ, ਜਿੱਥੇ ਦੇਖੋਗੇ ਸਮਾਜ ਫੈਲਿਆ ਹੋਇਆ। ਸਮਾਜ ਵਿੱਚ ਮਨੁੱਖ ਦੀਆਂ ਸਾਰੀਆਂ ਸੰਸਥਾਵਾਂ ਸ਼ਾਮਿਲ ਹੈ, ਜਿਵੇਂ ਕਿ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ ਪਹਿਲੂ ਨੇ ਸਮਾਜ ਦੇ। ਲੇਕਿਨ ਰਾਜ ਦੇ ਵਿੱਚ ਮਨੁੱਖ ਦਾ ਕਿਹੜਾ ਕਿਹੜਾ ਪਹਿਲੂ ਦੇਖਿਆ ਜਾਂਦਾ ਹੈ? ਸਿਰਫ ਔਰ ਸਿਰਫ ਰਾਜਨੀਤਿਕ ਪਹਿਲੂ। ਠੀਕ ਹੈ, ਰਾਜ ਦੇ ਵਿੱਚ ਸਿਰਫ ਰਾਜਨੀਤਿਕ ਪਹਿਲੂ, ਲੇਕਿਨ ਸਮਾਜ ਦੇ ਵਿੱਚ ਸਾਰੇ ਪਹਿਲੂ, ਚਾਹੇ ਉਹ ਧਾਰਮਿਕ ਹੈ, ਸਮਾਜਿਕ ਹੈ, ਆਰਥਿਕ ਹੈ, ਰਾਜਨੀਤਿਕ ਹੈ, ਸੱਭਿਆਚਾਰਕ ਹੈ, ਕੋਈ ਵੀ ਹੈ। ਰਾਜ ਕੋਲੇ ਪ੍ਰਭੂ ਸੱਤਾ ਹੈਗੀ ਹੈ, ਪਰ ਸਮਾਜ ਕੋਲੇ ਨਹੀਂ ਹੈਗੀ। ਰਾਜ ਕੋਲੇ ਸੁਪਰੀਮ ਪਾਵਰ ਹੈ ਨਾ, ਸੋ ਉਹੀ ਕਾਨੂੰਨ ਬਣਾ ਕੇ ਪਾਲਣਾ ਕਰਵਾਉਂਦਾ, ਜਿਹੜਾ ਨਹੀਂ ਕਰਦਾ ਦੰਡ ਦਿੰਦਾ। ਸੋ ਰਾਜ ਕੋਲੇ ਸਮਾਜ ਨੂੰ ਚਲਾਉਣ ਦੀ ਸਰਵ ਉੱਚ ਸ਼ਕਤੀ ਹੁੰਦੀ ਹੈ, ਪਰ ਬਣਾਈ ਕਿੰਨੀ ਹੈ ਇਹ ਸਰਵ ਉੱਚ ਸ਼ਕਤੀ? ਸਮਾਜ ਨੇ। ਰਾਜ ਆਪਣੇ ਕਾਨੂੰਨਾਂ ਦੀ ਪਾਲਣਾ ਕਰਾਉਣ ਦੀ ਸ਼ਕਤੀ ਰੱਖਦਾ ਹੈ। ਜੋ ਵਿਅਕਤੀ ਰਾਜ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਉਹਨੂੰ ਦੰਡ ਮਿਲਦਾ ਹੈ। ਰਾਜ ਕੋਲ ਜੋ ਤਾਕਤ ਹੈ ਉਹ ਸਮਾਜ ਕੋਲੇ ਨਹੀਂ ਹੈ, ਪਰ ਇੰਟਰਸਟਿੰਗ ਗੱਲ ਹੈ, ਸਮਾਜ ਨੇ ਹੀ ਤਾਂ ਰਾਜ ਨੂੰ ਤਾਕਤ ਦਿੱਤੀ ਹੈ। ਫੋਰਥ ਹੈ, ਰਾਜ ਲਈ ਨਿਸ਼ਚਿਤ ਖੇਤਰ ਜ਼ਰੂਰੀ ਹੈ। ਤਾਂ ਇਹਦੇ ਲਈ ਇੱਕ ਖੇਤਰ ਹੋਣਾ ਚਾਹੀਦਾ। ਸਮਾਜ ਦਾ ਸਾਰੇ ਕਿਤੇ ਹੀ ਹੈ ਨਾ, ਸੋ ਸਾਰੇ ਕਿਤੇ ਸੁਸਾਇਟੀ ਹੈ, ਲੇਕਿਨ ਸਮਾਜ ਕੀ ਹੈ? ਇੱਕ ਨਿਸ਼ਚਿਤ ਬਾਉਂਡਰੀ। ਆਪਣੇ ਪਿੱਛੇ ਪੜ੍ਹਿਆ ਨਾ ਕੁਐਸਚਨ ਦੇ ਵਿੱਚ, ਤਾਂ ਰਾਜ ਦੇ ਜ਼ਰੂਰੀ ਤੱਤ ਜਿਹੜੇ ਆਪਾਂ ਪੜ੍ਹੇ ਕਿ ਬੱਸੋਂ ਹੋਣੀ ਚਾਹੀਦੀ ਹੈ ਨਾ, ਉਸ ਤੋਂ ਬਾਅਦ ਕੀ ਕਿਹਾ ਕਿ ਪ੍ਰਭੂ ਸੱਤਾ ਹੋਣੀ ਚਾਹੀਦੀ ਹੈ, ਸਰਕਾਰ ਹੋਣੀ ਚਾਹੀਦੀ ਹੈ, ਅਤੇ ਇੱਕ ਨਿਸ਼ਚਿਤ ਇਲਾਕਾ ਵੀ ਹੋਣਾ ਚਾਹੀਦਾ। ਤਾਂ ਰਾਜ ਦਾ ਕੀ ਹੁੰਦਾ? ਇੱਕ ਨਿਸ਼ਚਿਤ ਇਲਾਕਾ, ਭੂਮੀ, ਭੂਗੋਲਿਕ ਖੇਤਰ ਹੁੰਦਾ ਹੈ। ਪਰ ਸਮਾਜ ਸਾਰੇ ਖੇਤਰਾਂ ਦੇ ਵਿੱਚ ਸੰਸਾਰ 'ਚ ਫੈਲਿਆ ਹੋਇਆ, ਦੀ ਕੋਈ ਸੀਮਾ ਨਹੀਂ। ਪਰ ਰਾਜ ਦੀ ਇੱਥੇ ਭਾਰਤ ਰਾਜ ਹੈ ਨਾ, ਇੱਥੇ ਚਾਈਨਾ ਰਾਜ ਹੈ। ਸੋ ਇਹ ਜਿਹੜੇ ਰਾਜ ਦੀ ਆਪਣੀ ਨਿਸ਼ਚਿਤ ਖੇਤਰ ਹੈਗਾ। ਸਮਾਜ ਦੀ ਕੋਈ ਨਹੀਂ, ਸਮਾਜ ਸਾਰੇ ਕਿਤੇ ਹੈ, ਚਾਹੇ ਤੁਸੀਂ ਜਿੱਥੇ ਮਰਜ਼ੀ ਦੇਖ ਲਓ, ਸਮਾਜ ਸਾਰਾ ਸੁਸਾਇਟੀ ਹੀ ਕਹਾਏਗੀ। ਰਾਜ ਲਈ ਸੰਗਠਨ ਜ਼ਰੂਰੀ ਹੈ। ਹੁਣ ਜੇ ਰਾਜ 'ਚ ਰਹਿਣਾ ਤਾਂ ਸੰਗਠਨ ਹੋ ਕੇ ਜ਼ਰੂਰੀ ਹੈ। ਸੋ ਰਾਜ ਦੇ ਲਈ ਸੰਗਠਨ ਜ਼ਰੂਰੀ ਹੈ, ਸਮਾਜ ਦੇ ਲਈ ਨਹੀਂ ਹੈ। ਸਮਾਜ ਦੇ ਵਿੱਚ ਤਾਂ ਅਸੰਗਠਿਤ ਵੀ ਹੋਏਗਾ, ਸੰਗਠਿਤ ਹੋਏਗਾ, ਦੋਨੋਂ ਚੱਲ ਜਾਏਗਾ, ਪਰ ਰਾਜ ਹਮੇਸ਼ਾ ਸੰਗਠਿਤ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ। ਰਾਜ ਇਕਾਤਮਕ ਹੁੰਦਾ ਹੈ, ਜੇ ਆਪਾਂ ਗੱਲ ਕਰੀਏ ਸਿੰਗੂਲਰ ਹੈ ਰਾਜ, ਲੇਕਿਨ ਅਗਰ ਸੁਸਾਇਟੀ ਦੀ ਗੱਲ ਕਰੀਏ ਪਲੂਰਲ ਹੈ। ਠੀਕ ਹੈ, ਬਹੁਤ ਸਾਰੇ ਇਹਦੇ ਵਿੱਚ ਆਉਂਦੇ ਨੇ, ਲੇਕਿਨ ਰਾਜ ਇੱਕ ਐਸੀ ਸੰਸਥਾ ਹੈ ਜਿਹੜੀ ਇਕਾਤਮਕ ਹੈ, ਸਿੰਗੂਲਰ ਹੈ। ਰਾਜ ਸਮਾਜ ਦਾ ਇੱਕ ਭਾਗ ਹੈ। ਹੁਣੇ ਮੈਂ ਕਹਿ ਕੇ ਹਟੀ ਹਾਂ ਕਿ ਸਮਾਜ ਦਾ ਪੂਰਾ ਹੋਲ ਹੈ। ਠੀਕ ਹੈ, ਪੂਰਾ ਸੰਸਾਰ ਜਿਹੜਾ ਇੱਕ ਹੋਲ ਪੂਰੇ ਭਾਗ ਵਾਂਗੂ ਕੰਮ ਕਰਦਾ ਹੈ, ਤਾਂ ਰਾਜ ਦਾ ਉਹਦਾ ਇੱਕ ਛੋਟਾ ਜਿਹਾ ਪਹਿਲੂ ਹੈ। ਰਾਜ ਸਮਾਜ ਦਾ ਇੱਕ ਭਾਗ ਹੈ, ਸੰਸਥਾ ਹੈ। ਸਮਾਜ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ, ਜਿਵੇਂ ਕਿ ਪਰਿਵਾਰ ਹੋ ਗਿਆ, ਰਾਜ ਹੋ ਗਿਆ, ਧਾਰਮਿਕ, ਆਰਥਿਕ ਸੰਗਠਨ, ਕਲੱਬ, ਰਾਜਨੀਤਿਕ ਦਲ, ਟਰਸਟਾਂ, ਇਹ ਸਭ ਕੁਝ ਸ਼ਾਮਿਲ ਹੁੰਦਾ ਹੈ ਸਮਾਜ ਦੇ ਵਿੱਚ, ਸਮਾਜ ਦੀਆਂ ਸੰਸਥਾਵਾਂ ਦੇ ਵਿੱਚ। ਪਰ ਰਾਜ ਤਾਂ ਕੇਵਲ ਸਮਾਜ ਦਾ ਇੱਕ ਹਿੱਸਾ ਹੈ। ਕਿਹੜਾ ਹਿੱਸਾ? ਰਾਜਨੀਤਿਕ ਪੱਖ ਵਾਲਾ ਹਿੱਸਾ। ਰਾਜ ਰਾਜਨੀਤਿਕ ਪ੍ਰਣਾਲੀ ਅਤੇ ਸਮਾਜਿਕ ਪ੍ਰਣਾਲੀ ਨਾਲ ਸੰਬੰਧ ਹੈ। ਹੁਣ ਰਾਜ ਕਿਸ ਦੇ ਨਾਲ ਹੈ? ਰਾਜਨੀਤਿਕ ਸਿਸਟਮ ਦੇ ਨਾਲ ਸੰਬੰਧਿਤ ਹੈ, ਪ੍ਰਣਾਲੀ ਦੇ ਨਾਲ। ਸਮਾਜ ਸਮਾਜਿਕ ਸਿਸਟਮ ਦੇ ਨਾਲ, ਸੋਸ਼ਲ ਸਿਸਟਮ ਦੇ ਨਾਲ। ਤਾਂ ਰਾਜ ਦਾ ਸੰਬੰਧ ਕੀ ਹੈ? ਸਿਰਫ ਰਾਜਨੀਤਿਕ ਕਿਰਿਆਵਾਂ ਇਹਦੇ ਵਿੱਚ ਆਉਂਦੀਆਂ ਨੇ। ਸਮਾਜ ਦਾ ਸੰਬੰਧ ਕੀ ਹੈ? ਸਮਾਜਿਕ ਵਿਵਸਥਾ, ਸੋਸ਼ਲ ਸਿਸਟਮ 'ਚ ਕੀ ਹੋ ਰਿਹਾ, ਸੋਸ਼ਲ ਸਿਸਟਮ 'ਚ ਲੋਕ ਰਹਿ ਕਿੱਦਾਂ ਰਹੇ ਨੇ, ਕਿਵੇਂ ਆਪਸ 'ਚ ਰਿਲੇਸ਼ਨ ਬਣਾਉਂਦੇ ਆ, ਸੰਬੰਧ ਬਣਾਉਂਦੇ ਆ, ਅਤੇ ਕਿਵੇਂ ਜਿਹੜਾ ਹੈ ਸੰਸਥਾਵਾਂ ਦੇ ਵਿੱਚ ਰਹਿੰਦੇ ਨੇ, ਇੰਟਰੈਕਸ਼ਨ ਜਿਹੜੀ ਹੈਗੀ ਹੈ, ਅੰਤਰ ਕਿਰਿਆਵਾਂ ਕਿਵੇਂ ਕਰਦੇ ਆ। ਤਾਂ ਰਾਜ ਦਾ ਸੰਬੰਧ ਰਾਜਨੀਤਿਕ ਤੌਰ 'ਤੇ ਸੰਗਠਿਤ ਲੋਕਾਂ ਦੇ ਨਾਲ ਹੈ, ਸਿਰਫ ਜਿਹੜੇ ਰਾਜਨੀਤਿਕ ਤੌਰ 'ਤੇ ਸੰਗਠਨ ਹੈ। ਲੇਕਿਨ ਸਮਾਜ ਦੇ ਵਿੱਚ ਸਾਰਿਆਂ ਦਾ ਜਿਹੜਾ ਹੁੰਦਾ ਹੈ, ਲੋਕ ਆਉਂਦੇ ਆ, ਸਾਰਾ ਸਿਸਟਮ ਆ ਜਾਂਦਾ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਰਾਜ ਅਤੇ ਸਮਾਜ 'ਚ ਬਹੁਤ ਅੰਤਰ ਹੈ, ਫਿਰ ਵੀ ਇੱਕ ਦੂਜੇ ਨਾਲ ਸੰਬੰਧਿਤ ਹੈ, ਕਿਉਂਕਿ ਰਾਜ ਤਾਂ ਹੀ ਹੋਏਗਾ ਜੇ ਸਮਾਜ ਹੋਏਗਾ, ਅਤੇ ਸਮਾਜ ਨੂੰ ਐਡੇ ਵੱਡੇ ਨੂੰ ਕੰਟਰੋਲ ਕਰਨ ਲਈ ਰਾਜ ਜ਼ਰੂਰ ਬਣਾਉਣਾ ਪੈਂਦਾ ਹੈਗਾ, ਕਿਉਂਕਿ ਇੰਨੇ ਸਾਰੀ ਜਿਹੜੀ ਹੈਗੀ ਹੈ ਲੋਕਾਂ ਨੂੰ ਕੰਟਰੋਲ ਕਿਵੇਂ ਕਰੇਗਾ? ਉਹ ਰਾਜ ਕਰੇਗਾ, ਹੈ ਨਾ। ਸੋ ਇਹ ਚੀਜ਼ ਦੋਨੋਂ ਜ਼ਰੂਰੀ ਹੈ, ਇੱਕ ਦੂਜੇ ਤੋਂ ਬਿਨਾਂ ਇਹਨਾਂ ਦੀ ਕੋਈ ਕਲਪਨਾ ਨਹੀਂ ਕੀਤੀ ਜਾ ਸਕਦੀ। ਹੁਣ ਹੈ ਆਪਣਾ ਸੈਕਿੰਡ ਵਾਲਾ ਪਾਰਟ, ਜਿਹੜਾ ਕਿ ਸਟੇਟ ਅਤੇ ਗਵਰਨਮੈਂਟ ਦੇ ਵਿੱਚ ਕੀ ਅੰਤਰ ਹੈ। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਕੀ ਅੰਤਰ ਹੈ? ਪਹਿਲਾਂ ਆਪਾਂ ਕੀਤਾ ਸਟੇਟ ਤੇ ਸੁਸਾਇਟੀ ਦਾ ਅੰਤਰ, ਹੁਣ ਆਪਾਂ ਕਰ ਰਹੇ ਹਾਂ ਸਟੇਟ ਤੇ ਗਵਰਨਮੈਂਟ ਦਾ। ਦੇਖੋ ਆਪਾਂ ਸਿਮਿਲਰ ਜਿਹੇ ਵਰਡਸ ਇਹਨਾਂ ਨੂੰ ਕਹਿੰਦੇ ਆ ਕਿ ਰਾਜ ਕੀ ਹੈ? ਸਰਕਾਰ ਹੈ। ਸਰਕਾਰ ਕੀ ਹੈ? ਰਾਜ ਹੈ ਨਾ। ਸੋ ਇਹ ਚੀਜ਼, ਪਰ ਇਹ ਬਹੁਤ ਜ਼ਿਆਦਾ ਇਹਨਾਂ ਦੇ ਮੀਨਿੰਗ ਦੇ ਵਿੱਚ ਡਿਫਰੈਂਸ ਹੈਗਾ। ਕਿੱਦਾਂ ਹੈਗਾ? ਪਹਿਲਾਂ ਜਦੋਂ ਆਪਾਂ ਕੁਐਸਚਨ ਸਟਾਰਟ ਕਰਨਾ ਤਾਂ ਆਪਾਂ ਰਾਜ ਦੇ ਬਾਰੇ ਜੋ ਵੀ ਪਿੱਛੇ ਲਿਖਿਆ ਹੈਗਾ ਆਪਾਂ ਨੇ ਉਹ ਕਰ ਦੇਣਾ ਹੈ ਨਾ। ਰਾਜ ਸ਼ਬਦ ਰਾਜਨੀਤਿਕ ਵਿਵਸਥਾ ਨਾਲ ਸੰਬੰਧਿਤ ਹੈ ਨਾ। ਸੋ ਇਹ ਸਾਰਾ ਕੁਝ ਲਿਖ ਕੇ ਉਸ ਤੋਂ ਬਾਅਦ ਆਪਾਂ ਨੇ ਗਵਰਨਮੈਂਟ ਨੂੰ ਇਲੈਬੋਰੇਟ ਕਰਨਾ। ਗਵਰਨਮੈਂਟ ਮੈਨੇ ਸਰਕਾਰ ਦੀ ਹੋਂਦ ਰਾਜ ਦੇ ਉਦੇਸ਼ਾਂ ਦੀ ਪੂਰਤੀ ਕਰਨ ਲਈ ਹੈ, ਕਿ ਜੋ ਰਾਜ ਦਾ ਉਦੇਸ਼ ਹੈ ਉਹਨਾਂ ਨੂੰ ਪੂਰੇ ਕੌਣ ਕਰਵਾਏਗਾ? ਸਰਕਾਰ ਬਣਾਈ ਜਾਂਦੀ ਹੈ। ਇਹ ਉਹ ਮਸ਼ੀਨਰੀ ਹੈਗੀ ਹੈ ਜਿਹੜੀ ਲੋਕਾਂ ਦੀ ਸਾਂਝੀ ਇੱਛਾ ਨੂੰ ਪ੍ਰਗਟਾਉਂਦੀ ਹੈ, ਲਾਗੂ ਕਰਦੀ ਹੈ। ਸਰਕਾਰ ਰਾਜ ਦਾ ਬਹੁਤ ਜ਼ਰੂਰੀ ਅੰਗ ਹੈ, ਪ੍ਰਸ਼ਾਸਨ ਕਰਨ ਦਾ ਯੰਤਰ ਹੈ, ਪ੍ਰਸ਼ਾਸਨ ਕਰਵਾਉਂਦੀ ਹੈ। ਇਹ ਕੋਈ ਵੀ ਰਾਜ ਸਰਕਾਰ ਬਿਨਾਂ ਨਹੀਂ ਚੱਲ ਸਕਦੀ, ਹੈ ਨਾ। ਤੋ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਰਾਜ ਸਰਕਾਰ ਬਿਨਾਂ ਨਹੀਂ ਚੱਲ ਸਕਦਾ।
ਸਰਕਾਰ ਜ਼ਰੂਰ ਬਣਾਉਣੀ ਪੈਂਦੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ, ਹੈ ਨਾ। ਸਰਕਾਰ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਗਵਰਨਮੈਂਟ ਤੋਂ ਲਿਆ ਗਿਆ। ਗਵਰਨਮੈਂਟ ਦਾ ਪੰਜਾਬੀ ਅਨੁਵਾਦ ਹੈ। ਇਹ ਯੂਨਾਨੀ ਭਾਸ਼ਾ ਦੇ ਸ਼ਬਦ ਟੂ ਗਵਰਨ ਤੋਂ ਨਿਕਲਿਆ ਹੈਗਾ। ਟੂ ਗਵਰਨ ਦਾ ਮਤਲਬ ਹੁੰਦਾ ਰਾਜ ਕਰਨਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਉਹ ਸੰਸਥਾ ਹੈ ਜਿਹੜੀ ਰਾਜ ਨੂੰ ਚਲਾਉਂਦੀ ਹੈ, ਰਾਜ ਕਰਦੀ ਹੈ। ਸਰਕਾਰ ਅਤੇ ਰਾਜ 'ਚ ਘੱਟ ਅੰਤਰ ਹੈ, ਇਹ ਜੁੜੇ ਹੋਏ ਨੇ, ਪਰ ਫਿਰ ਵੀ ਇਹਨਾਂ ਦੇ ਵਿੱਚ ਕਾਫੀ ਸਾਰਾ ਡਿਫਰੈਂਸ ਹੈਗਾ। ਕਿਹੜਾ ਡਿਫਰੈਂਸ ਹੈ ਕਿ ਰਾਜ ਤੇ ਸਰਕਾਰ ਜਿਹੜੇ ਨੇ, ਹੁਣ ਸਰਕਾਰ ਦੀ ਗੱਲ ਕਰੀਏ, ਸਰਕਾਰ ਕੀ ਹੈਗੀ ਹੈ? ਰਾਜ ਦਾ ਭਾਗ। ਉਸਦੇ ਹੀ ਐਲੀਮੈਂਟਸ ਦੇ ਵਿੱਚ ਆਉਂਦੀ ਹੈ ਰਾਜ ਦੇ ਕਿਹੜੇ ਐਲੀਮੈਂਟਸ ਦੇ ਵਿੱਚ ਆਉਂਦੀ ਹੈ? ਜੇ ਆਪਾਂ ਗੱਲ ਕਰੀਏ ਕਿ ਆਪਣੇ ਪਿੱਛੇ ਪੜ੍ਹਿਆ ਸੀ ਨਾ ਕਿ ਸਰਕਾਰ ਹੋਣੀ ਚਾਹੀਦੀ ਹੈ ਨਾ, ਸੋ ਇਹ ਚੀਜ਼। ਰਾਜ ਦੇ ਮੁੱਖ ਤੱਤ ਕਿਹੜੇ ਨੇ? ਵਸੋਂ, ਸਰਕਾਰ, ਇਲਾਕਾ ਅਤੇ ਪ੍ਰਭੂ ਸੱਤਾ। ਇਸ ਤਰ੍ਹਾਂ ਸਰਕਾਰ ਤਾਂ ਕੇਵਲ ਉਸਦਾ ਇੱਕ ਤੱਤ ਹੈ। ਰਾਜ ਅਗਰ ਇਹ ਹੈ, ਠੀਕ ਹੈ, ਸੁਸਾਇਟੀ ਤਾਂ ਆਏ। ਸੋ ਸੁਸਾਇਟੀ ਦਾ ਜਿਹੜਾ ਹੈਗਾ ਅਰਥ ਹੈ, ਅਗਰ ਰਾਜ ਦੀ ਇਹ ਹੈਗਾ ਰਾਜ, ਇਹ ਹੈਗੀ ਸੁਸਾਇਟੀ, ਤਾਂ ਇੱਥੇ ਜਿਹੜਾ ਹੈਗਾ ਰਾਜ ਦੇ ਅੰਦਰ ਕੀ ਹੁੰਦੇ ਨੇ? ਸਰਕਾਰ ਦੇ ਅੰਗ ਹੁੰਦੇ ਨੇ ਤਿੰਨੇ, ਹੈ ਨਾ। ਸਿਰਫ ਇੱਕ ਤੱਤ ਹੈਗਾ ਕਿਹਦਾ? ਰਾਜ ਦਾ। ਪਰ ਫਿਰ ਇਹ ਵੀ ਸੱਚ ਹੈ ਕਿ ਸਰਕਾਰ ਬਿਨਾਂ ਰਾਜ ਆਪਣਾ ਕੰਮ ਨਹੀਂ ਕਰ ਸਕਦੀ, ਠੀਕ ਹੈ। ਅਗਰ ਆਪਾਂ ਕਹੀਏ ਨਾ ਕਿ ਸਰਕਾਰ ਤੋਂ ਬਿਨਾਂ ਰਾਜ ਚਲਾ ਲਾਂਗੇ ਤਾਂ ਕਦੇ ਵੀ ਨਹੀਂ ਚੱਲ ਸਕਦਾ। ਸਰਕਾਰ ਰਾਜ ਦਾ ਸਾਧਨ ਹੈ, ਇੱਕ ਤਰ੍ਹਾਂ ਦਾ ਏਜੰਸੀ ਹੈ। ਰਾਜ ਨੂੰ ਚਲਾਉਣ ਲਈ ਸਰਕਾਰ ਨੂੰ ਕੀ ਹੈ? ਰਾਜ ਕੀ ਕਰਦੀ ਹੈ? ਸਰਕਾਰ ਦੀ ਮਦਦ ਲੈਂਦੀ ਹੈ। ਮਸ਼ੀਨਰੀ ਇਹ ਐਸੀ ਹੈ ਜਿਹੜੀ ਹੈ ਸਰਕਾਰ, ਜੋ ਸਾਂਝੀ ਇੱਛਾ ਨੂੰ ਪ੍ਰਗਟਾਉਂਦੀ ਹੈ, ਉਦੇਸ਼ਾਂ ਦੀ ਪੂਰਤੀ ਕਰਦੀ ਹੈ। ਆਪਾਂ ਸਾਰੇ ਹੀ ਮਿਲ ਕੇ ਜਿਹੜੇ ਹੈਗੇ ਆ ਰਿਪਰੈਜ਼ੈਂਟੇਟਿਵ ਚੁਣਦੇ ਹਾਂ, ਹੈ ਨਾ। ਅਤੇ ਆਪਾਂ ਸਾਰੇ ਰਾਜ ਦੇ ਹੀ ਸਿਟੀਜ਼ਨਸ ਹੁੰਦੇ ਆ ਨਾ ਜਿਹੜੇ ਚੁਣਦੇ ਆ, ਅਤੇ ਫਿਰ ਆਪਾਂ ਇੱਕ ਐਸੀ ਜਿਹੜੀ ਹੈਗੀ ਸਰਕਾਰ ਬਣਾਉਂਦੇ ਆ ਜਿਹੜੀ ਸਾਡੇ ਉਦੇਸ਼ਾਂ ਦੀ ਪੂਰਤੀ ਕਰਦੀ ਹੈ, ਸਾਡਾ ਕਲਿਆਣ ਕਰਦੀ ਹੈ, ਸਾਨੂੰ ਹਰੇਕ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੰਦੀ ਹੈ। ਤੋ ਇਹ ਫੈਸਿਲਿਟੀਜ਼ ਕੌਣ ਦਿੰਦਾ ਹੈਗਾ? ਸਾਨੂੰ ਸਰਕਾਰ। ਅਤੇ ਕੌਣ ਦੇਣਾ ਚਾਹੁੰਦਾ ਹੈ? ਰਾਜ। ਸਰਕਾਰ ਉਹਨਾਂ ਨੂੰ ਦੱਸਦੀ ਕਿ ਇੱਦਾਂ ਇੱਦਾਂ ਕੰਮ ਕਰਨਾ ਹੈ। ਸੋ ਰਾਜ ਦਾ ਮੈਂਬਰ ਹੋਣਾ ਜ਼ਰੂਰੀ। ਦੇਖੋ ਬਾਈ ਬਰਥ ਆਪਾਂ ਰਾਜ ਦੇ ਮੈਂਬਰ ਬਣ ਜਾਂਦੇ ਹਾਂ, ਹੈ ਨਾ। ਸੋ ਰਾਜ ਵਿੱਚ ਵਿਅਕਤੀ ਇੱਕ ਰਾਜ ਦਾ ਮੈਂਬਰ ਹੁੰਦਾ, ਜਨਮ ਅਨੁਸਾਰ ਜਿੱਥੇ ਜੰਮਦਾ ਉਹ ਰਾਜ ਦਾ ਮੈਂਬਰ ਬਣ ਜਾਂਦਾ ਹੈ। ਪਰ ਸਰਕਾਰ ਦਾ ਮੈਂਬਰ ਤਾਂ ਸਿਰਫ ਇੱਛਾ ਅਨੁਸਾਰ ਬਣ ਸਕਦਾ। ਹੁਣ ਜੇ ਮੈਂ ਕਹਾਂ ਕਿ ਮੈਂ ਸਰਕਾਰ ਦਾ ਮੈਂਬਰ ਬਣਨਾ ਤਾਂ ਮੈਨੂੰ ਉਸ ਲਈ ਪੜ੍ਹਨਾ ਪਏਗਾ, ਟੈਸਟ ਕਲੀਅਰ ਕਰਨੇ ਪੈਣਗੇ, ਹੈ ਨਾ, ਉਸ ਦੀਆਂ ਯੋਗਤਾਵਾਂ ਕੰਪਲੀਟ ਕਰਨੀਆਂ ਪੈਣਗੀਆਂ। ਸੋ ਇੱਦਾਂ ਜਿਹੜਾ ਹੈ ਇਹ ਚੱਲਦਾ ਹੈ। ਜੇ ਸਰਕਾਰ ਦਾ ਮੈਂਬਰ ਕਿਸੇ ਨੇ ਬਣਨਾ ਤਾਂ ਉਹ ਯੋਗਤਾਵਾਂ ਆਪਣੇ ਹੈਗਾ ਅਨੁਸਾਰ ਮੈਂਬਰ ਬਣ ਸਕਦਾ ਹੈ। ਰਾਜ ਕੋਲੇ ਪ੍ਰਭੂ ਸੱਤਾ। ਹੁਣ ਰਾਜ ਦੇ ਕੋਲੇ ਸਭ ਤੋਂ ਜ਼ਿਆਦਾ ਸੁਪਰੀਮ ਪਾਵਰ ਕਿਹਦੇ ਕੋਲੇ ਹੈ? ਪ੍ਰਭੂ ਸੱਤਾ ਕਿਹਦੇ ਕੋਲੇ ਹੈ? ਰਾਜ ਦੇ ਕੋਲੇ। ਸਰਕਾਰ ਤਾਂ ਇਸ ਦੇ ਅਕੋਰਡਿੰਗ ਕੰਮ ਕਰਦੀ ਹੈ, ਇੱਕ ਮਸ਼ੀਨਰੀ ਹੈ, ਪਰ ਸਰਕਾਰ ਕੋਲੇ ਸ਼ਕਤੀ ਨਹੀਂ। ਸ਼ਕਤੀ ਕਿਹਦੇ ਕੋਲੇ ਹੈ? ਰਾਜ ਕੋਲੇ। ਸਰਕਾਰ ਤਾਂ ਰਾਜ ਦੀ ਪ੍ਰਭੂ ਸੱਤਾ ਸ਼ਕਤੀ, ਜੋ ਕਿ ਸਰਵ ਉੱਚੀ ਸ਼ਕਤੀ ਹੈ, ਉਸ ਦੇ ਅਕੋਰਡਿੰਗ ਕੰਮ ਕਰਦੀ ਹੈ। ਰਾਜ ਦਾ ਕਾਰਜ ਕੀ ਹੈਗਾ? ਅਸੀਮਿਤ। ਰਾਜ ਤਾਂ ਬਹੁਤ ਕੰਮ ਕਰਦਾ ਹੈ, ਅਸੀਮਤ ਕਾਰਜ ਕਰਦਾ ਹੈਗਾ, ਪਰ ਪੋਲੀਟੀਕਲ ਲੈਵਲ, ਪੋਲੀਟੀਕਲ ਐਕਟੀਵਿਟੀਜ਼, ਇੰਸਟੀਟਿਊਸ਼ਨ ਦੇ ਅਕੋਰਡਿੰਗ ਕੰਮ ਕਰਦਾ। ਪਰ ਸਰਕਾਰ ਦਾ ਕੰਮ ਜਿਹੜਾ ਹੈ ਸੀਮਤ ਹੈ। ਪਿੱਛੇ ਸਰਕਾਰ ਦੇ ਅੰਗ ਆਪਾਂ ਪੜ੍ਹੇ ਸੀਗੇ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ, ਬਸ ਇਹਨਾਂ ਤਿੰਨਾਂ ਅੰਗਾਂ ਦੇ ਵਿੱਚ ਇਹ ਕੰਮ ਕਰਦਾ। ਲੇਕਿਨ ਰਾਜ ਦਾ ਕੰਮ ਅਸੀਮਤ ਹੈ, ਇਸਨੇ ਬਹੁਤ ਕੁਝ ਦੇਖਣਾ ਹੁੰਦਾ ਹੈ। ਸੋ ਸਰਕਾਰ ਨੂੰ ਸਾਰੀਆਂ ਸ਼ਕਤੀਆਂ ਕੌਣ ਦਿੰਦਾ ਹੈਗਾ? ਰਾਜ ਹੀ ਉਸਨੂੰ ਹੈਂਡਲ ਓਵਰ ਕਰਦਾ ਕਿ ਆਹ ਕੰਮ ਤੇ ਨਹੀਂ ਕਰਨੇ ਆ। ਰਾਜ ਸਥਿਰ ਹੈ ਪਰ ਸਰਕਾਰ ਅਸਥਿਰ, ਹੈ ਨਾ। ਰਾਜ ਕਦੇ ਨਹੀਂ ਬਦਲਦਾ, ਹਮੇਸ਼ਾ ਸਥਿਰ ਰਹਿੰਦਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਬਦਲਦੀਆਂ ਰਹਿੰਦੀਆਂ ਨੇ। ਸਰਕਾਰ ਦਾ ਰੂਪ ਬਦਲਦਾ ਹੈ, ਦੂਜਾ ਆ ਜਾਂਦਾ, ਸਰਕਾਰ ਖਤਮ ਹੋ ਕੇ ਦੂਜੀ ਬਣ ਜਾਂਦੀ ਹੈ, ਪਰ ਰਾਜ ਉੱਥੇ ਹੈ। ਹੁਣ ਇੰਡੀਆ ਦੇ ਵਿੱਚ ਹੈ, ਇੰਡੀਆ ਇੱਕ ਸਟੇਟ ਹੈ, ਰਾਜ ਹੈ, ਲੇਕਿਨ ਇਹਦੇ ਵਿੱਚ ਕਿੰਨੀਆਂ ਪੋਲੀਟੀਕਲ ਪਾਰਟੀਜ਼ ਆਉਂਦੀਆਂ ਨੇ ਜਾਂਦੀਆਂ ਨੇ, ਇਹਨੂੰ ਤਾਂ ਕੋਈ ਫਰਕ ਨਹੀਂ ਨਾ ਪੈਂਦਾ। ਸੋ ਇਹ ਹੈਗਾ ਸਥਿਰ, ਪਰ ਜਿਹੜੀਆਂ ਆਪਣੀ ਸਰਕਾਰਾਂ ਹੈਗੀਆਂ ਨੇ ਇਹ ਬਦਲਦੀਆਂ ਰਹਿੰਦੀਆਂ, ਅਸਥਿਰ ਹੈ। ਰਾਜ ਦਾ ਇਲਾਕਾ ਹੁੰਦਾ ਪਰ ਸਰਕਾਰ ਦਾ ਇਲਾਕਾ ਨਹੀਂ ਹੁੰਦਾ। ਹੁਣ ਰਾਜ ਦਾ ਇਲਾਕਾ, ਹੁਣ ਜਿਵੇਂ ਭਾਰਤ ਦੇਸ਼ ਦਾ ਇੱਕ ਇਲਾਕਾ ਹੈ, ਪਰ ਸਰਕਾਰ ਦਾ ਕੋਈ ਇਲਾਕਾ ਨਹੀਂ ਹੈ, ਇੱਕ ਕੋਈ ਭੂਗੋਲਿਕ ਨਿਸ਼ਚਿਤ ਖੇਤਰ ਨਹੀਂ ਹੈ। ਹੁਣ ਜੇ ਆਪਾਂ ਗੱਲ ਕਰੀਏ ਸਰਕਾਰ ਬਿਨਾਂ ਇਲਾਕੇ ਵੀ ਕੰਮ ਕਰਦੀ ਹੈ। ਵਰਲਡ ਵਾਰ ਜਦੋਂ 2 ਹੋਇਆ ਸੀ ਨਾ, ਭਾਰਤ ਜਿਹੜਾ ਸੰਸਾਰ ਯੁੱਧ ਹੋਇਆ ਸੀ, ਵਿਸ਼ਵ ਯੁੱਧ 2, ਤਾਂ ਇਸ ਯੁੱਧ ਦੇ ਦੌਰਾਨ ਕੀ ਹੋਇਆ ਸੀ? ਜਰਮਨੀ ਨੇ ਜਦੋਂ ਯੂਰਪ ਦੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਸੀ, ਕੁਝ ਦੇਸ਼ਾਂ ਨੂੰ, ਤੁਸੀਂ ਅੱਗੇ ਹਿਸਟਰੀ ਦੇ ਵਿੱਚ ਕਦੇ ਜਿਹਨਾਂ ਕੋਲ ਹੈ ਤਾਂ ਉਹਨਾਂ ਨੂੰ ਪਤਾ ਹੋਏਗਾ, ਤਾਂ ਜਦੋਂ ਉਹਨਾਂ ਨੇ ਯੂਰਪ ਦੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਤਾਂ ਇਹ ਸਰਕਾਰਾਂ ਦੂਜੇ ਦੇਸ਼, ਇੱਕ ਸਰਕਾਰ ਇਸ ਦੇਸ਼ 'ਚ ਬੈਠੀ ਦੂਜੇ ਦੇਸ਼ ਦੀ ਸਰਕਾਰ ਨੂੰ ਵੀ ਚਲਾ ਰਹੀ ਸੀ। ਦੇਖੋ ਤਾਂ ਮਤਲਬ ਕੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਇਸੇ ਦੇਸ਼ ਦੇ ਵਿੱਚ ਇੱਕੋ ਰਾਜ ਦੇ ਵਿੱਚ ਇੱਕੋ ਸਰਕਾਰ ਚੱਲੇਗੀ, ਨਹੀਂ। ਦੂਸਰੇ ਦੇਸ਼ਾਂ ਦੀ ਸਰਕਾਰ, ਹੁਣ ਜਿਵੇਂ ਆਪਾਂ ਕਹੀਏ ਕਿ ਬ੍ਰਿਟੇਨ ਦੀ ਸਰਕਾਰ ਆਪਣੇ ਭਾਰਤ ਨੂੰ ਵੀ ਤਾਂ ਚਲਾ ਰਹੀ ਸੀ, ਹੈ ਨਾ, ਉੱਥੋਂ ਦੀ ਸਰਕਾਰ ਇੱਥੇ ਦੇਖ ਰਹੀ ਸੀ। ਸੋ ਇੱਦਾਂ ਇਸ ਤਰ੍ਹਾਂ ਸਪਸ਼ਟ ਹੈ ਕਿ ਰਾਜ ਅਤੇ ਸਰਕਾਰ ਵਿੱਚ ਬਹੁਤ ਥੋੜ੍ਹਾ ਅੰਤਰ ਹੈ, ਦੋਨੋਂ ਜੁੜੇ ਹੋਏ ਨੇ, ਦੋਨਾਂ
ਇੱਕ ਦੂਜੇ ਬਿਨਾਂ ਇਹਨਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹੁਣ ਥਰਡ ਵਾਲਾ ਜਿਹੜਾ ਪੁਆਇੰਟ ਹੈ, ਸਟੇਟ ਅਤੇ ਐਸੋਸੀਏਸ਼ਨ 'ਚ ਕੀ ਅੰਤਰ ਹੈ। ਸਟੇਟ ਅਤੇ ਐਸੋਸੀਏਸ਼ਨ 'ਚ ਬਹੁਤ ਜ਼ਿਆਦਾ ਅੰਤਰ ਹੈ, ਲੇਕਿਨ ਇਹ ਦੋਨੋਂ ਵੀ ਇੱਕ ਦੂਜੇ ਦੇ ਬਿਨਾਂ ਨਹੀਂ ਚੱਲ ਸਕਦੇ। ਹੁਣ ਜਦੋਂ ਸਟੇਟ ਲਿਖਣਾ ਤਾਂ ਇੱਥੇ ਤੁਸੀਂ ਪਿੱਛੇ ਵਾਲੇ ਹੀ ਤਾਰ ਕੇ ਲਿਖ ਦੇਣਾ ਹੈਗਾ, ਸਟੇਟ ਦਾ ਅਰਥ ਜਿਹੜਾ ਮੈਂ ਸਮਝਾਇਆ ਪਿੱਛੇ। ਹੁਣ ਐਸੋਸੀਏਸ਼ਨ ਦਾ ਮਤਲਬ ਹੁੰਦਾ ਸਭਾ ਜਾਂ ਫਿਰ ਸੰਸਥਾ, ਠੀਕ ਹੈ, ਇਹਨੂੰ ਸੰਸਥਾ ਵੀ ਕਹਿ ਦਿੰਦੇ। ਅਗਰ ਪੰਜਾਬੀ 'ਚ ਸੰਸਥਾ ਅਜੇ ਤੱਕ ਕਨਫਿਊਜ਼ ਨਹੀਂ ਹੋਣਾ, ਐਸੋਸੀਏਸ਼ਨ ਦਾ ਮਤਲਬ ਸਭਾ ਅਤੇ ਸੰਸਥਾ ਦੋਨੋਂ ਹੈ। ਸਭਾ ਤੋਂ ਭਾਵ ਹੈ ਕੁਝ ਲੋਕਾਂ ਨੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਇੱਕ ਸੰਗਠਨ ਬਣਾਇਆ ਹੁੰਦਾ ਹੈ। ਇਹ ਗਰੁੱਪ ਜਾਂ ਸੰਸਥਾ ਉਹਨਾਂ ਦੇ ਸਾਂਝੇ ਤੌਰ 'ਤੇ ਹਿੱਤਾਂ ਦੀ ਸੁਰੱਖਿਆ ਕਰਦਾ ਹੈ। ਸਭਾ ਵਿੱਚ ਕੁਝ ਇੱਛਕ ਜਿਹੜੀ ਹੁੰਦੀ ਹੈ ਮੈਂਬਰੀ ਹੁੰਦੀ ਹੈ, ਲਾਈਕ ਸਾਡੀ ਵਲੰਟਰੀ ਹੁੰਦੀ ਹੈ। ਅਸੀਂ ਚਾਹੀਏ ਕਿਸੇ ਸੰਸਥਾ 'ਚ ਹਿੱਸਾ ਲੈ ਸਕਦੇ ਹਾਂ, ਪਾਰਟੀਸਪੇਟ ਕਰ ਸਕਦੇ, ਅਦਰਵਾਈਜ਼ ਨਹੀਂ। ਹੁਣ ਲਾਈਕ ਕਾਫੀ ਸਾਰੀਆਂ ਐਸੋਸੀਏਸ਼ਨਸ, ਜਿਵੇਂ ਕਿਸਾਨ ਐਸੋਸੀਏਸ਼ਨ ਬਣੀ ਹੋਈ ਹੈ ਨਾ, ਚਾਹੀਏ ਉਹਦੇ ਵਿੱਚ ਹਿੱਸਾ ਲੈ ਲਈਏ, ਚਾਹੀਏ ਨਾ ਲਈਏ। ਕਿਸਾਨਾਂ ਦੀ ਐਸੋਸੀਏਸ਼ਨ ਕਿਉਂ ਬਣੀ ਹੈ? ਕਿਉਂਕਿ ਸਿਰਫ ਕਿਸਾਨਾਂ ਦੇ ਗਰੁੱਪ ਨੂੰ, ਕਿਸਾਨਾਂ ਦੇ ਹੀ ਮੋਟਿਵਸ ਨੂੰ ਲੈ ਕੇ ਬਣੀ ਹੈ ਨਾ, ਹੋਰ ਕੋਈ ਮੋਟਿਵ ਤਾਂ ਨਹੀਂ ਇਹਨਾਂ ਦਾ। ਡਾਕਟਰਾਂ ਦੀ ਐਸੋਸੀਏਸ਼ਨ ਬਣਦੀ ਹੈ ਸਿਰਫ ਡਾਕਟਰਸ ਆਪਣੇ ਮੋਟਿਵਸ ਲਈ। ਟੀਚਰਾਂ ਦੀ ਬਣਦੀ ਹੈ ਟੀਚਰ ਯੂਨੀਅਨ, ਟੀਚਰ ਐਸੋਸੀਏਸ਼ਨ, ਉਹ ਆਪਣੇ ਟੀਚਰ ਦੇ ਐਸੋਸੀਏਸ਼ਨ, ਉਹਨਾਂ ਦੇ ਮੋਟਿਵਸ ਨੂੰ ਲੈ ਕੇ ਚੱਲਦੀ ਹੈ ਨਾ। ਸੋ ਇਹ ਜਿਹੜੀ ਹੁੰਦੀ ਹੈ ਇੱਛਾ ਵਲੰਟਰੀ ਹੁੰਦੀ ਹੈ ਕਿ ਅਸੀਂ ਪਾਰਟੀਸਪੇਟ ਕਰਨਾ ਹੈ ਜਾਂ ਨਹੀਂ ਕਰਨਾ। ਪਰ ਰਾਜ ਵਿੱਚ ਆਪਾਂ ਪਾਰਟੀਸਪੇਟ, ਆਪਾਂ ਤਾਂ ਜਨਮਜਾਤ ਰਾਜ ਦੇ ਵਿੱਚ ਆ, ਭਾਰਤ ਦੇਸ਼ ਦੇ ਵਿੱਚ ਰਾਜ 'ਚ ਪੈਦਾ ਹੋਏ ਆ, ਤਾਂ ਇਸੇ ਦੇ ਮੈਂਬਰ ਹੈ ਨਾ। ਸੋ ਸਭਾ ਦੇ ਜਿਹੜੇ ਉਦੇਸ਼ ਹੁੰਦੇ ਨੇ ਗਰੁੱਪ ਦੇ ਹੁੰਦੇ ਨੇ। ਲਾਈਕ ਅਗਰ ਕਿਸਾਨ ਐਸੋਸੀਏਸ਼ਨ ਬਣੀ ਹੈ, ਕਿਸਾਨਾਂ ਦਾ ਮੋਟਿਵਸ ਲੈ ਕੇ ਬਣੀ ਹੈ। ਅਗਰ ਆਪਾਂ ਡਾਕਟਰਾਂ ਦੀ ਐਸੋਸੀਏਸ਼ਨ ਕਹੀਏ ਤਾਂ ਉਹ ਡਾਕਟਰਾਂ ਦੇ ਮੋਟਿਵਸ ਨੂੰ ਲੈ ਕੇ ਅੱਗੇ ਬਣੀ ਹੈ, ਠੀਕ ਹੈ। ਸੋ ਇੱਦਾਂ ਜਿਹੜੇ ਸਮੂਹਿਕ ਉਦੇਸ਼ ਹੁੰਦੇ ਇਹਨਾਂ ਦੇ ਕੋਲੈਕਟਿਵ ਜਿਹੜੇ ਹੁੰਦੇ ਨੇ ਉਦੇਸ਼ ਹੁੰਦੇ ਨੇ। ਸਭਾ ਸ਼ਬਦ ਕਿਸ ਤੋਂ ਬਣਿਆ ਹੈਗਾ? ਇਹ ਐਸੋਸੀਏਸ਼ਨ ਦਾ ਪੰਜਾਬੀ ਅਨੁਵਾਦ ਹੈ, ਐਸੋਸੀਏਸ਼ਨ ਨੂੰ ਇੰਗਲਿਸ਼ 'ਚ ਕਹਿੰਦੇ ਨੇ, ਅਤੇ ਇਸ ਦਾ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਐਸੋਸੀਏਟ, ਜਿਸ ਦਾ ਅਰਥ ਹੈ ਟੂ ਜੁਆਇਨ, ਮਤਲਬ ਮਿਲਣਾ, ਨਾਲ ਮਿਲਣਾ। ਇਸ ਤਰ੍ਹਾਂ ਸਭਾ ਤੋਂ ਭਾਵ ਹੈ ਜਦੋਂ ਮਿਲ ਕੇ, ਇਕੱਠੇ ਹੋ ਕੇ ਕੁਝ ਉਦੇਸ਼ਾਂ ਦੀ ਪ੍ਰਾਪਤੀ ਲਈ ਸੰਗਠਨ ਬਣਾਇਆ ਜਾਂਦਾ, ਉਸ ਨੂੰ ਅਸੀਂ ਸਭਾ ਕਹਿੰਦੇ ਹਾਂ। ਰਾਜ ਅਤੇ ਸਭਾ ਦੇ ਵਿੱਚ ਕੀ ਅੰਤਰ ਹੈ? ਦੇਖੋ, ਸੱਤਾ ਦਾ ਫਰਕ। ਰਾਜ ਦੇ ਕੋਲ ਸਭ ਤੋਂ, ਹੁਣੇ ਪਿੱਛੇ ਪੜ੍ਹ ਕੇ, ਰਾਜ ਦੇ ਕੋਲ ਤਾਂ ਸੁਪਰੀਮ ਅਥਾਰਟੀ ਹੈ, ਪਰ ਸਭਾ ਕੋਲ ਇਹ ਅਥਾਰਟੀ ਜਿਹੜੀ ਹੈਗੀ ਹੈ ਸਾਰਿਆਂ ਦੇ ਕੋਲ ਹੁੰਦੀ ਹੈ। ਰਾਜ ਦੇ ਵਿੱਚ ਪ੍ਰਭੂ ਸੱਤਾ ਜਿਹੜੀ ਹੈਗੀ ਹੈ ਇੱਕ ਕੁਝ ਕੁ ਜਿਹੜੇ ਹੈਗੇ ਨੇ ਲੋਕਾਂ ਦੇ ਉਸ 'ਚ ਹੁੰਦੀ ਆ, ਆਪਾਂ ਤਾਂ ਉਸ ਦੇ ਅਕੋਰਡਿੰਗ ਚੱਲਣਾ ਹੈ। ਲੇਕਿਨ ਅਗਰ ਆਪਾਂ ਕਿਸੇ ਐਸੋਸੀਏਸ਼ਨ ਨੂੰ ਜੁਆਇਨ ਕਰ ਰਹੇ ਹਾਂ, ਆਪਣਾ ਹਾਂ ਹੈਡ ਜ਼ਰੂਰ ਹੁੰਦਾ, ਲੇਕਿਨ ਅਗਰ ਆਪਾਂ ਕਿਸੇ ਐਸੋਸੀਏਸ਼ਨ ਦੇ ਮੈਂਬਰ ਬਣੇ ਆ ਤਾਂ ਆਪਾਂ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਹਾਂ ਉਹਦੇ ਵਿੱਚ, ਠੀਕ ਹੈ। ਸੋ ਆਪਾਂ ਕੀ ਹੈਗੇ ਆ, ਇਕੁਅਲ ਹੁੰਦੇ ਆ। ਸਾਡੇ ਸਭ ਤੋਂ ਇਸ ਚੀਜ਼ ਪੁੱਛੀ ਜਾਂਦੀ ਹੈ, ਅਗਰ 10 ਜਣਿਆਂ ਦੀ ਐਸੋਸੀਏਸ਼ਨ ਬਣੀ ਆ, ਹਾਂ ਜਦੋਂ ਮਰਜ਼ੀ ਚਾਹੀਏ ਅਸੀਂ ਉਸ 'ਚ ਐਂਟਰੀ ਕਰ ਸਕਦੇ ਹਾਂ, ਜਦੋਂ ਮਰਜ਼ੀ ਚਾਹੀਏ ਅਸੀਂ ਉਹਦੇ ਵਿੱਚ ਜਿਹੜਾ ਹੈ ਨਾਮ ਆਪਣਾ ਖਤਮ ਕਰ ਸਕਦੇ ਹਾਂ, ਆਪਾਂ ਉਸਦੀ ਮੈਂਬਰਸ਼ਿਪ ਕੈਂਸਲ ਕਰ ਸਕਦੇ ਹਾਂ। ਰਾਜ ਸਥਿਰ ਹੈ, ਹੁਣੇ ਪਿੱਛੇ ਵੀ ਕੀਤਾ, ਰਾਜ ਕਿਤੇ ਨਹੀਂ ਜਾਂਦਾ ਹੈਗਾ, ਸਭਾ ਅਸਥਿਰ ਹੁੰਦੀ ਹੈ। ਕੋਈ ਵੀ ਸੰਸਥਾ ਹੈਗੀ ਹੈ ਨਾ, ਹੁਣ ਲਾਈਕ ਕੋਈ ਵੀ ਸੰਸਥਾ ਹੈ, ਇਹ ਸਥਿਰ ਵੀ ਚੱਲਦੀਆਂ ਨੇ, ਕਈ ਆਪਣਾ ਮੋਟਿਵ ਕੰਪਲੀਟ ਕਰਕੇ ਜਿਹੜਾ ਹੈਗਾ ਖਤਮ ਹੋ ਜਾਂਦੀਆਂ ਨੇ, ਜਦੋਂ ਉਦੇਸ਼ ਪੂਰੇ ਹੋਣ ਤਾਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ। ਥਰਡ ਹੈ ਉਦੇਸ਼ਾਂ 'ਚ ਫਰਕ। ਹੁਣ ਰਾਜ ਦਾ ਉਦੇਸ਼ ਤਾਂ ਬਹੁਤ ਜ਼ਿਆਦਾ ਵਿਸ਼ਾਲ ਹੈ। ਰਾਜ ਦਾ ਮਤਲਬ ਕੀ ਹੈਗਾ ਕਿ ਆਪਣੇ ਸਾਰੇ ਸਿਟੀਜ਼ਨਸ ਨੂੰ ਕੇਅਰ ਕਰਨਾ, ਹੈਲਥ ਫੈਸਿਲਿਟੀਜ਼ ਜੋ ਵੀ ਹੈ ਦੇਣਾ, ਹੈ ਨਾ, ਸਾਰਿਆਂ ਦਾ ਉਦੇਸ਼ ਲੈ ਕੇ ਮੇਨ ਚੱਲਣਾ। ਕੁਝ ਕੁ ਲੋਕਾਂ ਦਾ ਅਗਰ ਗਲਤ ਹੋ ਵੀ ਰਿਹਾ ਤਾਂ ਉਹ ਨਹੀਂ ਮੇਨ ਉਹ ਦੇਖਦੇ ਹੈਗੇ, ਲੇਕਿਨ ਮੈਜੋਰਟੀ ਦਾ ਭਲਾ ਜਿਹੜਾ ਹੈ ਰਾਜ 'ਚ ਦੇਖਿਆ ਜਾਂਦਾ। ਸਭਾ ਦਾ ਉਦੇਸ਼ ਕੀ ਹੁੰਦਾ ਹੈ? ਉਸਦੇ ਮੈਂਬਰਾਂ ਦਾ ਭਲਾ ਕਰਨਾ। ਲਾਈਕ ਅਗਰ ਕਿਸਾਨ ਐਸੋਸੀਏਸ਼ਨ ਹੈ, ਕਿਸਾਨਾਂ ਦਾ ਭਲਾ, ਡਾਕਟਰ ਐਸੋਸੀਏਸ਼ਨ ਹੈ, ਡਾਕਟਰਾਂ ਦਾ ਭਲਾ, ਟੀਚਰ ਐਸੋਸੀਏਸ਼ਨ ਹੈ, ਟੀਚਰਾਂ ਦੇ ਮੋਟਿਵ ਨੂੰ ਅੱਗੇ ਲੈ ਕੇ ਚੱਲਦੇ ਹੈ ਨਾ। ਤਾਂ ਉਦੇਸ਼ਾਂ 'ਚ ਫਰਕ ਹੁੰਦਾ, ਲੇਕਿਨ ਜਿਹੜਾ ਆਪਣਾ ਰਾਜ ਹੈ ਉਹ ਸਾਰੇ ਓਵਰਆਲ ਚੀਜ਼ਾਂ ਨੂੰ ਦੇਖਦਾ। ਰਾਜ ਦੀ ਜਿਹੜੀ ਮੈਂਬਰੀ ਹੈਗੀ ਹੈ ਜਨਮ ਆਧਾਰ 'ਤੇ, ਜਿਵੇਂ ਆਪਾਂ ਪਹਿਲਾਂ ਹੀ ਕੀਤਾ। ਸਭਾ ਦੀ ਜਿਹੜੀ ਹੈਗੀ ਹੈ ਇੱਛਾ ਅਨੁਸਾਰ ਹੁੰਦੀ ਹੈ। ਸਭਾ ਨੂੰ ਜਦੋਂ ਮਰਜ਼ੀ ਚਾਹੀਏ ਅਸੀਂ ਮੈਂਬਰ ਬਣ ਜਾਈਏ, ਜਦੋਂ ਸਾਡੀ ਇੱਛਾ ਹੋਵੇ ਅਸੀਂ ਛੱਡ ਕੇ ਵਾਪਿਸ ਆ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਜ ਅਤੇ ਸਮੁਦਾਇ, ਇੱਥੇ ਸਭਾ ਹੈ, ਠੀਕ ਹੈ, ਇੱਥੇ ਸਭਾ ਹੈ, ਤਾਂ ਰਾਜ ਅਤੇ ਸਭਾ ਦੇ ਵਿੱਚ ਬਹੁਤ ਅੰਤਰ ਹੈਗਾ, ਬਹੁਤ ਜ਼ਿਆਦਾ ਅੰਤਰ ਹੈਗਾ, ਪਰ ਫਿਰ ਵੀ ਜਿਹੜੇ ਹੈਗੇ ਇਹ ਇਕੱਠੇ ਹੋ ਕੇ ਚੱਲਦੇ ਨੇ। ਸੋ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਅਤੇ ਇੰਪੋਰਟੈਂਟ ਕੁਐਸਚਨ ਹੈਗਾ ਇਹ ਐਗਜ਼ਾਮ ਪਰਸਪੈਕਟਿਵ ਤੋਂ, ਤਕਰੀਬਨ ਹਰ ਵਾਰ ਪੁੱਛਿਆ ਜਾਂਦਾ। ਸੋ ਇਹਨੂੰ ਧਿਆਨ ਨਾਲ ਯਾਦ ਕਰਨਾ। ਮਿਲਦੇ ਆ ਨਵੇਂ ਵੀਡੀਓ ਦੇ ਨਾਲ। ਧੰਨਵਾਦ।